ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ। ਅੱਜ ਤੁਹਾਨੂੰ ਅਸੀਂ ਛਤਰਪਤੀ ਸ਼ਿਵਾਜੀ ਭੋਸਲੇ ਦਾ ਜੋ ਜੀਵਨ ਆ ਉਹ ਦੱਸਾਂਗੇ। ਛਤਰਪਤੀ ਸ਼ਿਵਾਜੀ ਭੋਸਲੇ 19 ਫਰਵਰੀ 1630 ਤੋਂ 3 ਅਪ੍ਰੈਲ 1680 ਤੱਕ ਉਹਨਾਂ ਦਾ ਜੀਵਨ ਕਾਲ ਰਹਿੰਦਾ ਹੈ, ਜਿਸ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਵੀ ਕਿਹਾ ਜਾਂਦਾ ਹੈ। ਇੱਕ ਭਾਰਤੀ ਸ਼ਾਸਕ ਅਤੇ ਭੋਸਲੇ ਕਬੀਲੇ ਦਾ ਇੱਕ ਮੈਂਬਰ ਸੀ। ਸ਼ਿਵਾਜੀ ਨੇ ਬੀਜਾਪੁਰ ਦੀ ਡਿੱਗ ਰਾਹੀਂ ਅਦਾਲਤਸ਼ਾਹੀ ਸਲਤਨਤ ਤੋਂ ਆਪਣਾ ਸੁਤੰਤਰ ਰਾਜ ਤਿਆਰ ਕੀਤਾ, ਜਿਸ ਨੇ ਮਰਾਠਾ ਸਾਮਰਾਜ ਦੀ ਸ਼ੁਰੂਆਤ ਵੀ ਕੀਤੀ। 1674 ਵਿੱਚ ਉਸ ਨੂੰ ਰਸਮੀ ਤੌਰ 'ਤੇ ਰਾਏਗੜ੍ਹ ਕਿਲ੍ਹੇ ਵਿੱਚ ਆਪਣੇ ਰਾਜ ਦੇ ਛਤਰਪਤੀ ਦਾ ਤਾਜ ਵੀ ਪਹਿਨਾਇਆ ਗਿਆ। ਆਪਣੇ ਜੀਵਨ ਦੌਰਾਨ ਸ਼ਿਵਾਜੀ ਨੇ ਮੁਗਲ ਸਮਰਾਟ ਗੋਲਕੋਂਡਾ ਦੀ ਸਲਤਨਤ, ਬੀਜਾਪੁਰ ਦੀ ਸਲਤਨਤ ਅਤੇ ਯੂਰਪੀਅਨ ਬਸਤੀਵਾਦੀਆਂ ਸ਼ਕਤੀਆਂ ਨਾਲ ਗੱਠਜੋੜ ਕੀਤਾ ਅਤੇ ਦੁਸ਼ਮਣੀ ਦੋਵਾਂ ਵਿੱਚ ਸ਼ਾਮਲ ਕੀਤਾ। ਆਪਣੀ ਇਸ ਜੀਵਨ ਦੌਰਾਨ ਸ਼ਿਵਾਜੀ ਨੇ ਮੁਗਲ ਸਾਮਰਾਜ, ਗੋਲਕੋਂਡਾ ਦੀ ਸਲਤਨਤ, ਬੀਜਾਪੁਰ ਦੀ ਸਲਤਨਤ ਅਤੇ ਯੂਰਪੀਅਨ ਬਸਤੀਵਾਦੀ ਸ਼ਕਤੀਆਂ ਨਾਲ ਗੱਠਜੋੜ ਕੀਤਾ ਅਤੇ ਦੁਸ਼ਮਣਾਂ ਨੂੰ ਵੀ ਦੋਵਾਂ ਵਿੱਚ ਸ਼ਾਮਲ ਕੀਤਾ। ਸ਼ਿਵਾਜੀ ਦੀਆਂ ਫੌਜੀ ਬਲਾਂ ਦੇ ਮਰਾਠਾ ਪ੍ਰਭਾਵ ਦੇ ਖੇਤਰ ਵਿੱਚ ਵਿਸਤਾਰ ਕੀਤਾ, ਕਿਲ੍ਹਿਆਂ 'ਤੇ ਕਬਜ਼ਾ ਕਰਨਾ ਅਤੇ ਉਸਾਰਿਆ ਅਤੇ ਮਰਾਠਾ ਨੇਵੀ ਦਾ ਗਠਨ ਵੀ ਕੀਤਾ। ਸ਼ਿਵਾਜੀ ਨੇ ਚੰਗੀ ਤਰ੍ਹਾਂ ਢਾਂਚਾਗਤ ਪ੍ਰਬੰਧਕੀ ਸੰਗਠਨਾਂ ਦੇ ਨਾਲ ਇੱਕ ਸਮਰੱਥ ਅਤੇ ਪ੍ਰਗਤੀਸ਼ੀਲ ਸਿਵਲ ਸ਼ਾਸਨ ਦੀ ਸਥਾਪਨਾ ਵੀ ਕੀਤੀ। ਉਸਨੇ ਪ੍ਰਾਚੀਨ ਹਿੰਦੂ ਰਾਜਨੀਤਿਕ ਪਰੰਪਰਾਵਾਂ, ਅਦਾਲਤੀ ਸੰਮੇਲਨਾਂ ਨੂੰ ਮੁੜ ਸੁਰਜੀਤ ਕੀਤਾ ਅਤੇ ਅਦਾਲਤ ਅਤੇ ਪ੍ਰਸ਼ਾਸਨ ਵਿੱਚ ਫ਼ਾਰਸੀ ਦੀ ਥਾਂ ਮਰਾਠੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ। ਸ਼ਿਵਾਜੀ ਦੀ ਵਿਰਾਸਤ ਨਿਰੀਖਕ ਅਤੇ ਸਮੇਂ ਅਨੁਸਾਰ ਵੱਖੋ ਵੱਖਰੀ ਸੀ, ਪਰ ਉਸ ਦੀ ਮੌਤ ਤੋਂ ਲਗਭਗ 2 ਸਦੀਆਂ ਬਾਅਦ ਉਸਨੇ ਭਾਰਤੀ ਸੁਤੰਤਰਤਾ ਅੰਦੋਲਨ ਦੇ ਉਭਾਰ ਦੇ ਨਾਲ ਵੱਧਦੀ ਮਹੱਤਤਾ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਬਹੁਤ ਸਾਰੇ ਭਾਰਤੀ ਰਾਸ਼ਟਰਵਾਦੀਆਂ ਨੇ ਉਸਨੂੰ ਇੱਕ ਪ੍ਰੋਟੋ ਰਾਸ਼ਟਰਪਤੀਵਾਦੀ ਅਤੇ ਹਿੰਦੂਆਂ ਦੇ ਨਾਇਕ ਵਜੋਂ ਵੀ ਉੱਚਾ ਕੀਤਾ ਸੀ। ਜੋ ਆਰੰਭਿਕ ਜੀਵਨ ਸੀ ਛਤਰਪਤੀ ਸ਼ਿਵਾਜੀ ਜੀ ਦਾ ਜਨਮ ਜੁਨਾਰ ਸ਼ਹਿਰ ਦੇ ਨੇੜੇ ਸਿਵਨੇਰੀ ਦੇ ਪਹਾੜੀ ਕਿਲ੍ਹੇ ਵਿੱਚ ਹੋਇਆ ਸੀ, ਜੋ ਹੁਣ ਪੁਣੇ ਜ਼ਿਲ੍ਹੇ ਵਿੱਚ ਹੈ। ਵਿਦਵਾਨ ਉਸ ਦੀ ਜਨਮ ਮਿਤੀ 'ਤੇ ਅਸਹਿਮਤ ਹਨ। ਮਹਾਰਾਸ਼ਟਰ ਸਰਕਾਰ ਨੇ 19 ਫਰਵਰੀ ਨੂੰ ਸ਼ਿਵਾਜੀ ਦੇ ਜਨਮ ਸ਼ਿਵਾਜੀ ਜਯੰਤੀ ਦੀ ਯਾਦ ਵਿੱਚ ਛੁੱਟੀ ਵਜੋਂ ਸੂਚੀਬੱਧ ਕੀਤਾ ਹੈ। ਸ਼ਿਵਾਜੀ ਦੇ ਪਿਤਾ ਸ਼ਾਹਜੀ ਭੋਸਲੇ ਇੱਕ ਮਰਾਠਾ ਜਰਨੈਲ ਸਨ, ਜਿਨ੍ਹਾਂ ਨੇ ਦੱਖਣ ਸਲਤਨਤਾਂ ਦੀ ਸੇਵਾ ਕੀਤੀ। ਉਸ ਦੀ ਮਾਂ ਜੀਜਾਬਾਈ ਸੀ, ਜੋ ਸਿੱਧ-ਖੇਡ ਦੇ ਲਖੂਜੀ ਯਾਦਵਰਾਓ ਦੀ ਧੀ ਸੀ, ਜੋ ਇੱਕ ਮੁਗਲ ਸੰਗਠਿਤ ਸਰਦਾਰ ਦੀ ਧੀ ਸੀ, ਜੋ ਦੇਵਗਿਰੀ ਦੇ ਇੱਕ ਯਾਦਵਸ਼ਾਹੀ ਪਰਿਵਾਰ ਵਿੱਚ ਹੋਣ ਦਾ ਦਾਅਵਾ ਵੀ ਕਰਦੀ ਸੀ। ਸ਼ਿਵਾਜੀ ਭੋਸਲੇ ਕਬੀਲੇ ਦੇ ਮਰਾਠਾ ਪਰਿਵਾਰ ਨਾਲ ਸੰਬੰਧਿਤ ਸਨ। ਉਸ ਦੇ ਨਾਲ ਮਾਲੋਜੀ 1552 ਤੋਂ 1597 ਤੱਕ ਅਹਿਮਦਨਗਰ ਸਲਤਨਤ ਦੇ ਇੱਕ ਪ੍ਰਭਾਵਸ਼ਾਲੀ ਜਰਨੈਲ ਸਨ ਅਤੇ ਉਹਨਾਂ ਨੂੰ ਰਾਜਾ ਦੀ ਉਪਾਧੀ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਉਸ ਨੂੰ ਫੌਜੀ ਖਰਚਿਆਂ ਲਈ ਪੁਣੇ, ਸੁਪੇ, ਚਾਕਨ ਅਤੇ ਇੰਦਾਪੁਰ ਦੇ ਦੇਸ਼ ਮੁਖੀ ਅਧਿਕਾਰ ਦਿੱਤੇ ਗਏ ਸਨ। ਉਸ ਨੂੰ ਉਸਦੇ ਪਰਿਵਾਰ ਦੇ ਨਿਵਾਸ ਸ੍ਰੀ 1590 ਲਈ ਕਿਲ੍ਹਾ ਸਿਵਨੇਰੀ ਵੀ ਦਿੱਤਾ ਗਿਆ ਸੀ। ਸ਼ਿਵਾਜੀ ਦੇ ਜਨਮ ਸਮੇਂ ਦੱਖਣ ਵਿੱਚ ਸ਼ਕਤੀ 3 ਇਸਲਾਮੀ ਸੁਲਤਾਨਾਂ ਦੁਆਰਾ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਬੀਜਾਪੁਰ, ਅਹਿਮਦਨਗਰ ਅਤੇ ਗੋਲਕੋਂਡਾ। ਸ਼ਾਹਜੀ ਨੇ ਅਕਸਰ ਅਹਿਮਦਨਗਰ ਦੀ ਨਿਜ਼ਾਮ ਸ਼ਾਹੀ, ਬੀਜਾਪੁਰ ਆਦਲ ਸ਼ਾਹ ਅਤੇ ਮੁਗਲਾਂ ਵਿਚਕਾਰ ਆਪਣੀ ਵਫ਼ਾਦਾਰੀ ਬਦਲੀ, ਪਰ ਹਮੇਸ਼ਾ ਪੂਨੇ ਅਤੇ ਆਪਣੀ ਛੋਟੀ ਫੌਜ ਦੇ ਆਪਣੀ ਜੰਗੀਰ ਵਿੱਚ ਹੀ ਰੱਖੀ। 1636 ਵਿੱਚ ਬੀਜਾਪੁਰ ਦੀ ਆਦਲ ਸ਼ਾਹੀ ਸਲਤਨਤ ਦੇ ਇਸਦੇ ਦੱਖਣ ਵੱਲ ਰਾਜ ਉੱਤੇ ਹਮਲਾ ਕੀਤਾ। ਸਲਤਨਤ ਹਾਲ ਹੀ ਵਿੱਚ ਮੁਗਲ ਸਾਮਰਾਜ ਦੀ ਇੱਕ ਸਹਾਇਕ ਰਾਜ ਬਣ ਗਈ। ਇਸ ਦੀ ਮਦਦ ਸ਼ਾਹਜੀ ਦੁਆਰਾ ਕੀਤੀ ਜਾ ਰਹੀ ਸੀ, ਜੋ ਉਸ ਸਮੇਂ ਪੱਛਮੀ ਭਾਰਤ ਅਤੇ ਮਰਾਠਾ ਪਹਾੜਾਂ ਵਿੱਚ ਇੱਕ ਸਰਦਾਰ ਸੀ। ਸ਼ਾਹਜੀ ਜਿੱਤੇ ਹੋਏ ਇਲਾਕਿਆਂ ਵਿੱਚ ਜਾਗੀਰ ਜ਼ਮੀਨ ਦੇ ਇਨਾਮ ਦੇ ਮੌਕੇ ਲੱਭ ਰਿਹਾ ਸੀ, ਜਿਸ 'ਤੇ ਟੈਕਸ ਉਹ ਸਾਲਾਨਾ ਵਜੋਂ ਇਕੱਠਾ ਕਰਦਾ ਸੀ।
ਸਾਜੀ ਸੰਖੇਪ ਮੁਗਲ ਸੇਵਾ ਤੋਂ ਬਾਗੀ ਸੀ। ਬੀਜਾਪੁਰ ਸਰਕਾਰ ਦੁਆਰਾ ਸਮਰਥਨ ਪ੍ਰਾਪਤ ਮੁਗਲਾਂ ਵਿੱਚ ਸਾਜੀ ਦੀ ਮੁਹਿੰਮਾਂ ਆਮ ਤੌਰ 'ਤੇ ਸਫਲ ਰਹੀਆਂ ਸਨ। ਮੁਗਲ ਸੈਨਾ ਦੁਆਰਾ ਉਸ ਨੂੰ ਦਾ ਲਗਾਤਾਰ ਪਿੱਛਾ ਕੀਤਾ ਗਿਆ ਅਤੇ ਸ਼ਿਵਾਜੀ ਅਤੇ ਉਸ ਦੀ ਮਾਂ ਜੀਜਾਬਾਈ ਨੂੰ ਕਿਲੇ ਤੋਂ ਕਿਲੇ ਵਿੱਚ ਜਾਣਾ ਪਿਆ। 1636 ਵਿੱਚ ਸ਼ਾਹਜੀ ਬੀਜਾਪੁਰ ਦੀ ਸੇਵਾ ਵਿੱਚ ਸ਼ਾਮਲ ਹੋ ਗਏ ਅਤੇ ਪੁਣਾ ਨੂੰ ਗ੍ਰਾਂਟ ਵਜੋਂ ਪ੍ਰਾਪਤ ਕੀਤਾ। ਬੀਜਾਪੁਰ ਸ਼ਾਸਕ ਆਦਿਲ ਸ਼ਾਹ ਦੁਆਰਾ ਬੰਗਲੌਰ ਵਿੱਚ ਤੈਨਾਤ ਕੀਤੇ ਜਾ ਰਹੇ ਸਨ। ਸ਼ਾਹਜੀ ਨੇ ਦਾਦੌਜੀ ਕੌਡਾਦੇਊ ਨੂੰ ਪੂਨਾ ਦਾ ਪ੍ਰਸ਼ਾਸਕ ਨਿਯੁਕਤ ਕੀਤਾ। ਸ਼ਿਵਾਜੀ ਅਤੇ ਜੀਜਾਬਾਈ ਪੁਣੇ ਵਿੱਚ ਵੱਸ ਗਏ। 1647 ਵਿੱਚ ਕੌਡਾਦੇਵ ਦੀ ਮੌਤ ਹੋ ਗਈ ਅਤੇ ਸ਼ਿਵਾਜੀ ਨੇ ਇਸ ਦਾ ਪ੍ਰਬੰਧ ਸੰਭਾਲ ਲਿਆ। ਉਸ ਦੇ ਪਹਿਲੇ ਕਾਰਜਾਂ ਵਿੱਚੋਂ ਇੱਕ ਨੇ ਬੀਜਾਪੁਰ ਸਰਕਾਰ ਨੂੰ ਸਿੱਧੀ ਚੁਣੌਤੀ ਦਿੱਤੀ। ਸੋ ਇਹ ਥੋੜ੍ਹੀ ਸੀ ਜਾਣਕਾਰੀ ਸੀ ਜੋ ਛਤਰਪਤੀ ਸ਼ਿਵਾਜੀ ਮਹਾਰਾਜ ਬਾਰੇ। ਸੋ ਆਪਣੇ ਬੱਚਿਆਂ ਨੂੰ ਇਤਿਹਾਸ ਦੱਸੋ, ਕਿਉਂਕਿ ਅੱਜ ਤਾਂ ਆਮ ਕਿਤਾਬਾਂ ਵਿੱਚ ਤੁਸੀਂ ਪੜ੍ਹਦੇ ਹੋ, ਪਰ ਇਹ ਇਤਿਹਾਸ ਸਾਡੇ ਕੋਲੋਂ ਅਲੋਪ ਹੋ ਰਹੇ ਨੇ। ਅਸੀਂ ਆਪਣੇ ਇਤਿਹਾਸ ਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਪ੍ਰਤੀ ਜਾਣੂ ਕਰਵਾਉਣਾ। ਸੋ ਇਹ ਤੁਹਾਡੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ।